ਡੀਅਰ ਸਟੂਡੈਂਟਸ, ਇਸ ਲੈਕਚਰ ਵਿੱਚ ਅਸੀਂ ਚਰਚਾ ਕਰਾਂਗੇ ਕਿ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਸਤਰੀਆਂ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਦੁਆਰਾ ਜਿਹੜੇ ਕਦਮ ਚੁੱਕੇ ਗਏ ਹਨ ਭਾਰਤ ਵਿੱਚ, ਉਹਨਾਂ ਦਾ ਕੀ ਪ੍ਰਭਾਵ ਪਿਆ ਹੈ। ਉਹਨਾਂ ਦੇ ਪ੍ਰਭਾਵ ਵਜੋਂ ਇਸਤਰੀਆਂ ਦੀ ਸਥਿਤੀ ਦੇ ਵਿੱਚ ਕਿੰਨਾ ਕੁ ਹੁਣ ਤੱਕ ਸੁਧਾਰ ਹੋਇਆ ਹੈ। ਪਹਿਲਾ ਪ੍ਰਭਾਵ ਕਿਹਾ ਜਾ ਸਕਦਾ ਹੈ ਕਿ ਲਿੰਗ ਆਧਾਰਿਤ ਵਿਤਕਰਿਆਂ ਵਿੱਚ ਨਰਮੀ ਆਈ ਹੈ, ਜੈਂਡਰ ਡਿਸਕ੍ਰਿਮੀਨੇਸ਼ਨ ਵਿੱਚ ਨਰਮੀ ਆਈ ਹੈ। ਸੰਵਿਧਾਨਕ ਅਤੇ ਕਾਨੂੰਨੀ ਵਿਵਸਥਾਵਾਂ ਦੇ ਪ੍ਰਭਾਵ ਵਜੋਂ ਸਿੱਖਿਆ ਦਾ ਪਸਾਰ ਹੋਇਆ ਹੈ। ਸਿੱਖਿਆ ਦਾ ਪਸਾਰ ਹੋਣ ਨਾਲ ਲਿੰਗ ਆਧਾਰਿਤ ਵਿਤਕਰੇ ਵਿੱਚ ਨਰਮੀ ਆਈ ਹੈ। ਸਿੱਖਿਆ ਦਾ ਪਸਾਰ ਹੋਣਾ ਇਸ ਦਾ ਇੱਕ ਮੁੱਖ ਕਾਰਨ ਕਿਹਾ ਜਾ ਸਕਦਾ ਹੈ। ਅੱਜ ਲੜਕੀਆਂ ਨੂੰ ਸਿੱਖਿਆ ਦੇ ਵਧੇਰੇ ਮੌਕੇ ਮਿਲਣੇ ਸ਼ੁਰੂ ਹੋਏ ਹਨ। ਬੇਸ਼ੱਕ ਇਹ ਮੌਕੇ ਨੇ ਜਿਹੜੇ ਅਜੇ ਤੱਕ ਲੜਕਿਆਂ ਦੇ ਬਰਾਬਰ ਨਹੀਂ ਪਹੁੰਚੇ। ਵਿਸ਼ੇਸ਼ ਕਰਕੇ ਸ਼ਹਿਰੀ ਪਰਿਵਾਰਾਂ ਦੇ ਵਿੱਚ, ਪੜ੍ਹੇ ਲਿਖੇ ਪਰਿਵਾਰਾਂ ਦੇ ਵਿੱਚ ਜਿਹੜੇ ਇਹ ਸਿੱਖਿਆ ਨਾਲ ਸੰਬੰਧਿਤ ਮੌਕੇ ਨੇ ਉਹ ਲੜਕੀਆਂ ਅਤੇ ਲੜਕਿਆਂ ਲਈ ਲਗਭਗ ਬਰਾਬਰ ਹੋ ਚੁੱਕੇ ਹਨ। ਦੂਸਰਾ ਮੁੱਖ ਪ੍ਰਭਾਵ ਪਿਆ ਹੈ ਆਰਥਿਕ ਸੁਤੰਤਰਤਾ। ਅੱਜ ਭਾਰਤ ਦੇ ਵਿੱਚ ਔਰਤਾਂ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਆਰਥਿਕ ਸੁਤੰਤਰਤਾ ਪ੍ਰਾਪਤ ਹੈ। ਸਰਕਾਰ ਦੀਆਂ ਨੀਤੀਆਂ ਕਾਰਨ ਔਰਤਾਂ ਦੇ ਨਾਮ ਤੇ ਜੋ ਰਜਿਸਟਰਡ ਪ੍ਰਾਪਰਟੀ ਹੈ ਉਸ ਦੇ ਵਿੱਚ ਵਾਧਾ ਹੋਇਆ ਹੈ। ਜਿਵੇਂ ਕਿ ਅਸੀਂ ਅਕਸਰ ਵੇਖਦੇ ਹਾਂ ਕਿ ਸਰਕਾਰਾਂ ਦੀਆਂ ਪਾਲਿਸੀਜ਼ ਹੁੰਦੀਆਂ ਹਨ ਕਿ ਜੇਕਰ ਔਰਤਾਂ ਦੇ ਨਾਮ ਤੇ ਕੋਈ ਪ੍ਰਾਪਰਟੀ ਰਜਿਸਟਰ ਕਰਵਾਈ ਜਾਂਦੀ ਹੈ ਤਾਂ ਉਸ ਤੇ ਕੁਝ ਡਿਸਕਾਊਂਟ ਮਿਲਦਾ ਹੈ ਸਰਕਾਰੀ ਫੀਸਾਂ ਦੀ ਅਦਾਇਗੀ ਵਿੱਚ। ਇਹ ਜੋ ਪਾਲਿਸੀਜ਼ ਨੇ ਉਹ ਇਸਤਰੀਆਂ ਦੇ ਆਰਥਿਕ ਵਿਕਾਸ ਨੂੰ, ਆਰਥਿਕ ਸੁਰੱਖਿਆ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਹੁੰਦੀਆਂ ਹਨ ਤੇ ਇਹਨਾਂ ਦਾ ਪ੍ਰਭਾਵ ਵੀ ਸਾਨੂੰ ਵਿਖਾਈ ਦੇ ਰਿਹਾ ਹੈ। ਜਿਹੜੀਆਂ ਔਰਤਾਂ ਨੇ ਐਜੂਕੇਸ਼ਨ ਨੂੰ ਆਪਣਾ ਵਹੀਕਲ ਬਣਾਇਆ ਹੈ, ਉਹਨਾਂ ਨੇ ਸਰਵਿਸ ਦੇ ਵੱਖੋ ਵੱਖਰੇ ਖੇਤਰਾਂ ਜਿਵੇਂ ਕਿ ਸਿੱਖਿਆ, ਕਾਨੂੰਨ, ਮੈਡੀਕਲ ਆਦਿ ਦੇ ਵਿੱਚ ਇੱਕ ਪ੍ਰੋਫੈਸ਼ਨਲ ਦੇ ਤੌਰ ਤੇ ਦਾਖਲ ਹੋ ਕੇ ਕਾਫੀ ਹੱਦ ਤੱਕ ਆਰਥਿਕ ਸੁਤੰਤਰਤਾ ਪ੍ਰਾਪਤ ਕੀਤੀ ਹੈ ਅਤੇ ਸਟੇਟਸ ਵੀ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਜਿਹੜੀਆਂ ਔਰਤਾਂ ਸਰਵਿਸ ਸੈਕਟਰ ਦੇ ਵਿੱਚ ਆਈਆਂ ਹਨ ਉਹ ਪੁਰਸ਼ਾਂ ਦੇ ਮੁਕਾਬਲੇ ਪੁਰਸ਼ਾਂ ਦੇ ਬਰਾਬਰ ਤਨਖਾਹ ਲੈ ਰਹੀਆਂ ਹਨ। ਤੀਸਰਾ ਮੁੱਖ ਪ੍ਰਭਾਵ ਪਿਆ ਹੈ ਸਮਾਜਿਕ ਰੁਤਬੇ ਵਿੱਚ ਵਾਧਾ ਹੋਇਆ ਹੈ। ਇਸਤਰੀਆਂ ਦੇ ਕਾਨੂੰਨ ਦੁਆਰਾ ਪ੍ਰਦਾਨ ਕੀਤੀ ਸੁਰੱਖਿਆ, ਆਰਥਿਕ ਸਵੈ-ਨਿਰਭਰਤਾ ਆਦਿ ਨਾਲ ਔਰਤਾਂ ਦਾ ਸਮਾਜਿਕ ਰੁਤਬਾ ਜਿਹੜਾ ਉਹ ਉੱਪਰ ਹੋਇਆ ਹੈ। ਜਿਹੜੀਆਂ ਔਰਤਾਂ ਤਕਨੀਕੀ ਕੰਮਾਂ ਦੇ ਵਿੱਚ, ਪੇਸ਼ੇਵਰ ਕੰਮਾਂ ਦੇ ਵਿੱਚ ਲੱਗੀਆਂ ਹਨ ਜਾਂ ਸਰਕਾਰੀ ਪਦਵੀਆਂ ਤੇ ਲੱਗੀਆਂ ਹਨ, ਉਹਨਾਂ ਦੇ ਸੋਸ਼ਲ ਸਟੇਟਸ ਦੇ ਵਿੱਚ ਵਿਸ਼ੇਸ਼ ਕਰਕੇ ਵਾਧਾ ਹੋਇਆ ਹੈ। ਪੜ੍ਹੇ ਲਿਖੇ ਅਤੇ ਸ਼ਹਿਰੀ ਪਰਿਵਾਰਾਂ ਵਿੱਚ ਔਰਤਾਂ ਦੇ ਸਮਾਜਿਕ ਰੁਤਬੇ ਵਿੱਚ ਵਧੇਰੇ ਸੁਧਾਰ ਹੋਇਆ ਹੈ। ਬੇਸ਼ੱਕ ਜਿਹੜੇ ਪੇਂਡੂ ਖੇਤਰ ਦੇ ਵਿੱਚ ਔਰਤਾਂ ਦਾ ਸਮਾਜਿਕ ਰੁਤਬਾ ਹੈ ਉਹ ਅਜੇ ਤੱਕ ਪੁਰਸ਼ਾਂ ਦੇ ਬਰਾਬਰ ਨਹੀਂ ਪਹੁੰਚਿਆ। ਪੁਰਸ਼ਾਂ ਦੇ ਅਸਿਸਟੈਂਟ ਦੇ ਤੌਰ ਤੇ, ਸਹਾਇਕ ਦੇ ਤੌਰ ਤੇ ਹੀ ਇਸਤਰੀਆਂ ਕਾਰਜ ਕਰ ਰਹੀਆਂ ਹਨ। ਚੌਥਾ ਪ੍ਰਭਾਵ ਹੈ ਸਿੱਖਿਆ ਦਰ ਵਿੱਚ ਵਾਧਾ ਹੋਇਆ ਹੈ। ਇਸਤਰੀਆਂ ਦੇ ਸੁਤੰਤਰਤਾ ਤੋਂ ਪਹਿਲਾਂ ਔਰਤਾਂ ਦੀ ਸਿੱਖਿਆ ਦਰ ਭਾਰਤ ਦੇ ਵਿੱਚ ਬਹੁਤ ਨੀਵੀਂ ਸੀ। ਬੇਸ਼ੱਕ ਵਿਸ਼ਵ ਪੱਧਰ ਤੇ ਵੇਖਿਆ ਜਾਵੇ, ਕੰਪੇਅਰ ਕੀਤਾ ਜਾਵੇ ਤਾਂ ਭਾਰਤ ਦੇ ਵਿੱਚ ਔਰਤਾਂ ਦੀ ਸਾਖਰਤਾ ਦਰ ਅਜੇ ਵੀ ਘੱਟ ਹੈ। ਪਰੰਤੂ ਜੋ ਭਾਰਤ ਦੇ ਵਿੱਚ ਅੱਜ ਤੋਂ 70 ਸਾਲ ਪਹਿਲਾਂ ਦੇ ਅੰਕੜੇ ਨੇ ਜਾਂ 50 ਸਾਲ ਪਹਿਲਾਂ ਦੇ ਅੰਕੜੇ ਨੇ, ਜੇ ਉਸ ਨਾਲ ਕੰਪੇਅਰ ਕੀਤਾ ਜਾਵੇ ਅੱਜ ਦੇ ਅੰਕੜਿਆਂ ਨੂੰ, ਔਰਤ ਦੀ ਸਾਖਰਤਾ ਦਰ ਦਿਆਂ ਨੂੰ, ਤਾਂ ਕਾਫੀ ਸਾਨੂੰ ਚੰਗਾ ਪ੍ਰਭਾਵ ਸਰਕਾਰ ਦੀਆਂ ਪਾਲਿਸੀਜ਼ ਦਾ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਜੋ ਬਣੀਆਂ ਨੇ ਉਹਨਾਂ ਦਾ ਵੇਖਣ ਨੂੰ ਮਿਲਦਾ ਹੈ। ਜੇ ਪਿਛਲੇ 30-35 ਸਾਲ ਦੇ ਵਕਫੇ ਨੂੰ ਅਸੀਂ ਐਨਾਲਾਈਜ਼ ਕਰੀਏ ਇਸ ਕੰਟੈਕਸਟ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਕਿ 1987-88 ਦੇ ਵਿੱਚ ਪੁਰਸ਼ਾਂ ਦੀ ਜੋ ਸਾਖਰਤਾ ਦਰ ਹੈ ਉਹ 60.5% ਸੀ ਤੇ ਇਸਤਰੀਆਂ ਦੀ ਸਾਖਰਤਾ ਦਰ ਹੈ ਜਿਹੜੀ ਉਹ 31.7% ਸੀ। ਭਾਵ ਇਹਨਾਂ ਦੇ ਵਿੱਚ ਜਿਹੜਾ ਆਪਸੀ ਗੈਪ ਹੈ ਉਹ ਬਹੁਤ ਜ਼ਿਆਦਾ ਸੀ, ਤਕਰੀਬਨ 29% ਦਾ ਗੈਪ ਸੀ। ਅਸੀਂ ਕਹਿ ਸਕਦੇ ਹਾਂ ਕਿ ਅੱਧੋ ਵੱਧ ਦਾ ਗੈਪ ਸੀ ਔਰਤਾਂ ਦੀ ਸਾਖਰਤਾ ਦਰ ਅਤੇ ਪੁਰਸ਼ਾਂ ਦੀ ਸਾਖਰਤਾ ਦਰ ਦੇ ਵਿੱਚ। ਪਰ 2017-18 ਦੇ ਵਿੱਚ 30 ਸਾਲ ਦੇ ਵਕਫੇ ਤੋਂ ਬਾਅਦ ਇਹ ਜਿਹੜੀ ਸਾਖਰਤਾ ਦਰ ਹੈ ਇਸ ਵਿੱਚ ਵੀ ਵਾਧਾ ਹੋਇਆ ਹੈ ਅਤੇ ਸਾਖਰਤਾ ਦੇ ਵਿੱਚ ਜੋ ਡਿਫਰੈਂਸ ਸੀ ਉਸ ਦੇ ਵਿੱਚ ਵੀ ਕਮੀ ਆਈ ਹੈ। 2017-18 ਦੇ ਵਿੱਚ ਜੋ ਇਹ ਡਿਫਰੈਂਸ ਹੈ ਇਸਤਰੀ ਤੇ ਪੁਰਸ਼ ਦੀ ਸਾਖਰਤਾ ਦਰ ਦਾ, ਉਹ 17% ਰਹਿ ਗਿਆ ਹੈ। ਪੁਰਸ਼ਾਂ ਦੀ ਜੋ ਸਾਖਰਤਾ ਦਰ ਹੈ 81% ਅਤੇ ਇਸਤਰੀਆਂ ਦੀ ਜੋ ਸਾਖਰਤਾ ਦਰ ਹੈ 64% ਤੱਕ ਪਹੁੰਚ ਚੁੱਕੀ ਹੈ। ਮੁੱਖ ਜੋ ਪ੍ਰਭਾਵ ਸਾਨੂੰ ਦਿਖਾਈ ਦੇ ਰਿਹਾ ਹੈ ਉਹ ਇਸ ਗੈਪ ਦਾ ਦਿਖਾਈ ਦੇ ਰਿਹਾ ਹੈ ਕਿ ਜਿਹੜਾ ਗੈਪ ਅੱਜ ਤੋਂ 30-35 ਸਾਲ ਪਹਿਲਾਂ ਸੀ ਉਸ ਦੇ ਮੁਕਾਬਲੇ ਅੱਜ ਇਹ ਗੈਪ ਹੈ ਜਿਹੜਾ ਉਹ ਕਾਫੀ ਘਟਦਾ ਸਾਨੂੰ ਨਜ਼ਰ ਆ ਰਿਹਾ ਹੈ ਤੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸਤਰੀਆਂ ਦੀ ਸਾਖਰਤਾ ਦਰ ਪੁਰਸ਼ਾਂ ਦੀ ਸਾਖਰਤਾ ਦੀ ਦਰ ਦੇ ਬਰਾਬਰ ਪਹੁੰਚ ਜਾਵੇਗੀ। ਰਾਸ਼ਟਰੀ ਸਿੱਖਿਆ ਨੀਤੀ 2019 ਦਾ ਜੋ ਖਰੜਾ ਹੈ ਉਸ ਦੇ ਵਿੱਚ ਵੀ ਸਿਫਾਰਿਸ਼ ਕੀਤੀ ਗਈ ਹੈ ਕਿ ਔਰਤਾਂ ਲਈ ਸਿੱਖਿਆ ਦੇ ਸਮਾਨ ਮੌਕੇ ਯਕੀਨੀ ਬਣਾਏ ਜਾਣ। ਇਸ ਨਾਲ ਜਿਹੜੀ ਇਹ ਸਿੱਖਿਆ ਦੇ ਵਿੱਚ ਡਿਫਰੈਂਸ ਹੈ, ਜੈਂਡਰ ਗੈਪ ਹੈ, ਇਸ ਵਿੱਚ ਹੋਰ ਕਮੀ ਆਵੇਗੀ। ਪੰਜਵਾਂ ਪ੍ਰਭਾਵ ਹੈ ਰਾਜਨੀਤਿਕ ਕਿਰਿਆਸ਼ੀਲਤਾ, ਪੋਲੀਟੀਕਲ ਐਕਟਿਵਿਜ਼ਮ।
ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਔਰਤਾਂ ਦੀ ਰਾਜਨੀਤਿਕ ਕਿਰਿਆਸ਼ੀਲਤਾ ਦੇ ਵਿੱਚ, ਪੋਲੀਟੀਕਲ ਪਾਰਟਿਸਿਪੇਸ਼ਨ ਦੇ ਵਿੱਚ ਬਹੁਤ ਵਾਧਾ ਹੋਇਆ ਹੈ। ਰਾਜ ਪੱਧਰ ਤੇ ਬਹੁਤ ਵਾਰੀ ਔਰਤਾਂ ਨੇ ਮੁੱਖ ਮੰਤਰੀ ਤੱਕ ਦਾ ਜਿਹੜਾ ਰਾਜ ਦੇ ਵਿੱਚ ਸਭ ਤੋਂ ਇੰਪੋਰਟੈਂਟ ਅਹੁਦਾ ਹੁੰਦਾ ਹੈ, ਸਭ ਤੋਂ ਵੱਡਾ ਅਹੁਦਾ ਹੁੰਦਾ ਹੈ, ਉਹ ਸੰਭਾਲਿਆ ਹੈ। ਰਾਸ਼ਟਰੀ ਪੱਧਰ ਤੇ ਸਾਡੇ ਪ੍ਰਧਾਨ ਮੰਤਰੀ ਹੋਏ ਹਨ ਔਰਤਾਂ ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ, ਜਿਹੜੇ ਅਜੇ ਤੱਕ ਆਪਣੇ ਸਪਸ਼ਟ ਫੈਸਲਿਆਂ ਲਈ, ਆਪਣੇ ਫੈਸਲੇ ਲੈਣ ਦੀ ਸਮਰੱਥਾ ਲਈ, ਡਿਸੀਜਨ ਮੇਕਿੰਗ ਕੈਪੈਸਿਟੀ ਲਈ ਜਾਣੇ ਜਾਂਦੇ ਹਨ। ਇਸ ਤੋਂ ਬਾਅਦ ਸੰਵਿਧਾਨ ਦੇ ਵਿੱਚ 73ਵੀਂ ਅਤੇ 74ਵੀਂ ਸੰਵਿਧਾਨਕ ਸੋਧਾਂ ਹੋਈਆਂ 1993-94 ਦੇ ਵਿੱਚ। ਇਹਨਾਂ ਸੰਵਿਧਾਨਕ ਸੋਧਾਂ ਦੇ ਨਤੀਜੇ ਵਜੋਂ ਗ੍ਰਾਸ ਰੂਟ ਲੈਵਲ ਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ, ਸ਼ਹਿਰਾਂ ਦੀਆਂ ਮਿਊਨਿਸਪਲ ਕਮੇਟੀਜ਼ ਦੇ ਵਿੱਚ ਔਰਤਾਂ ਲਈ ਘੱਟੋ ਘੱਟ 1/3 ਸਥਾਨ ਰਾਖਵੇਂ ਰੱਖਣ ਦੀ ਵਿਵਸਥਾ ਕੀਤੀ ਗਈ ਹੈ। ਬੇਸ਼ੱਕ ਬਹੁਤ ਵਾਰੀ ਇਹਨਾਂ ਸਥਾਨਾਂ ਦੇ ਰਿਜ਼ਰਵ ਸਥਾਨਾਂ ਤੇ ਜਿਹੜੀ ਇਸਤਰੀਆਂ ਲਈ ਰਿਜ਼ਰਵ ਹੁੰਦੇ ਨੇ, ਉਹਨਾਂ ਦੇ ਘਰਾਂ ਦੇ ਪੁਰਸ਼ ਮੈਂਬਰਾਂ ਦੁਆਰਾ ਸ਼ਕਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰੰਤੂ ਫਿਰ ਵੀ ਕੁਝ ਇਸਤਰੀਆਂ ਇਸ ਤਰ੍ਹਾਂ ਦੀਆਂ ਸਾਹਮਣੇ ਆਉਣ ਲੱਗੀਆਂ ਹਨ ਜਿਹੜੀਆਂ ਇਹਨਾਂ ਅਹੁਦਿਆਂ ਨਾਲ ਜੁੜੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਆਪ ਨਿਭਾ ਰਹੀਆਂ ਹਨ। ਇਸ ਨਾਲ ਸਥਾਨਕ ਪੱਧਰ ਤੱਕ ਵੀ ਔਰਤਾਂ ਦੀ ਜਿਹੜੀ ਰਾਜਨੀਤਿਕ ਭਾਗੀਦਾਰੀ ਹੈ ਉਸ ਵਿੱਚ ਵਾਧਾ ਹੋਇਆ ਹੈ, ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਟੇਟ ਲੈਵਲ ਤੇ, ਨੈਸ਼ਨਲ ਲੈਵਲ ਤੇ ਇਸਤਰੀਆਂ ਦੀ ਭਾਗੀਦਾਰੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। 6ਵਾਂ ਇੱਕ ਨੈਗੇਟਿਵ ਪ੍ਰਭਾਵ ਪਿਆ ਹੈ ਔਰਤਾਂ ਦੇ ਕਿਰਿਆਸ਼ੀਲ ਹੋਣ ਦਾ। ਔਰਤਾਂ ਵਿਰੁੱਧ ਅਪਰਾਧਾਂ ਵਿੱਚ ਵਾਧਾ ਹੋਇਆ ਹੈ ਕਿਉਂਕਿ ਔਰਤਾਂ ਘਰਾਂ ਤੋਂ ਬਾਹਰ ਨਿਕਲ ਕੇ ਕੰਮ ਕਰਨ ਲੱਗੀਆਂ ਹਨ, ਸਰਵਿਸ ਸੈਕਟਰ ਦੇ ਵਿੱਚ ਸ਼ਾਮਲ ਹੋਈਆਂ ਹਨ। ਬੇਸ਼ੱਕ ਉਹਨਾਂ ਦਾ ਸਰਵਪੱਖੀ ਵਿਕਾਸ ਤਾਂ ਹੋਇਆ ਹੈ ਘਰਾਂ ਤੋਂ ਬਾਹਰ ਨਿਕਲਣ ਨਾਲ, ਪਰੰਤੂ ਜਿਹੜੀਆਂ ਮਰਦ ਪ੍ਰਧਾਨ ਸਮਾਜ ਵਾਲੀਆਂ ਭਾਵਨਾਵਾਂ ਨੇ ਅਤੇ ਲਗਾਤਾਰ ਖੁਰ ਰਹੀਆਂ ਸਾਡੀਆਂ ਸੋਸ਼ਲ ਵੈਲਿਊਜ਼ ਨੇ, ਉਹਨਾਂ ਕਰਕੇ ਔਰਤਾਂ ਦੇ ਖਿਲਾਫ ਅਪਰਾਧਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਹੜਾ ਸਾਡਾ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਹੈ, ਉਸ ਨੇ ਜੋ ਅੰਕੜੇ ਜਾਰੀ ਕੀਤੇ ਹਨ, ਉਹ ਪਿਛਲੇ ਜੇ 5-7 ਸਾਲ ਦੇ ਅੰਕੜੇ ਵੀ ਦੇਖੀਏ ਤਾਂ ਸਾਨੂੰ ਦਿਖਾਈ ਦਿੰਦਾ ਹੈ ਕਿ ਹਰ ਸਾਲ ਔਰਤਾਂ ਵਿਰੁੱਧ ਜੋ ਕ੍ਰਾਈਮ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ। 2015 ਦੇ ਵਿੱਚ ਜਿਹੜੇ ਔਰਤਾਂ ਦੇ ਵਿਰੁੱਧ ਅਪਰਾਧ ਕੀਤੇ ਗਏ ਸੀ, ਇਸ ਤਰ੍ਹਾਂ ਦੇ ਮਾਮਲਿਆਂ ਦੀ ਗਿਣਤੀ 3.29 ਲੱਖ ਸੀ। 2016 ਵਿੱਚ ਵੱਧ ਕੇ ਇਹ 3.39 ਲੱਖ ਹੋਈ ਅਤੇ 2017 ਵਿੱਚ ਵੱਧ ਕੇ 3.60 ਲੱਖ ਹੋ ਗਈ ਹੈ। ਇਸ ਤਰ੍ਹਾਂ ਔਰਤਾਂ ਦੇ ਵਿਰੁੱਧ ਜਿਹੜੇ ਅਪਰਾਧ ਨੇ, ਕਈ ਘਿਨਾਉਣੇ ਕਿਸਮ ਦੇ ਅਪਰਾਧ ਨੇ, ਉਹਨਾਂ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। 7ਵਾਂ ਨੈਗੇਟਿਵ ਪ੍ਰਭਾਵ ਹੈ ਕਾਨੂੰਨੀ ਸਮਾਨਤਾ ਅਤੇ ਸਮਾਜਿਕ ਅਸਮਾਨਤਾ ਵਿੱਚ ਟਕਰਾਅ ਪੈਦਾ ਹੋ ਰਿਹਾ ਹੈ। ਕਾਨੂੰਨ ਨੇ ਔਰਤਾਂ ਨੂੰ ਸਮਾਨ ਸਥਿਤੀ ਦਿੱਤੀ ਹੈ, ਸਮਾਨ ਸੁਤੰਤਰਤਾ ਦਿੱਤੀ ਹੈ, ਸਮਾਨ ਅਧਿਕਾਰ ਪ੍ਰਾਪਤ ਹਨ, ਪਰੰਤੂ ਜਿਹੜੀਆਂ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਨੇ, ਉਹਨਾਂ ਨੇ ਔਰਤਾਂ ਦੀ ਇਸ ਸਮਾਨਤਾ ਨੂੰ ਅਜੇ ਪੂਰੀ ਤਰ੍ਹਾਂ ਪ੍ਰਵਾਨ ਨਹੀਂ ਕੀਤਾ। ਹਿਚਕਿਚਾਹਟ ਕਾਫੀ ਮਹਿਸੂਸ ਕੀਤੀ ਜਾ ਰਹੀ ਹੈ ਔਰਤਾਂ ਨੂੰ ਸਮਾਨਤਾ ਦੇਣ ਵਿੱਚ। ਵਿਸ਼ੇਸ਼ ਕਰਕੇ ਜੇ ਜਾਇਦਾਦ ਦੇ ਹੱਕ ਦੀ ਗੱਲ ਕਰੀਏ, ਕਾਨੂੰਨ ਔਰਤਾਂ ਨੂੰ ਹੱਕ ਦਿੰਦਾ ਹੈ ਕਿ ਉਹ ਆਪਣੀ ਪਿਤਰੀ ਸੰਪਤੀ ਦੇ ਵਿੱਚ ਬਰਾਬਰ ਦੀਆਂ ਹਿੱਸੇਦਾਰ ਹਨ, ਪਰੰਤੂ ਇਸ ਕਾਨੂੰਨੀ ਸਮਾਨਤਾ ਅਤੇ ਸਮਾਜਿਕ ਜਿਹੜੇ ਅਸਮਾਨਤਾ, ਸਮਾਜਿਕ ਮਾਨਤਾ ਹੈ ਕਿ ਉਹਨਾਂ ਨੂੰ ਆਪਣੇ ਪਿਤਰੀ ਪ੍ਰਾਪਰਟੀ ਦੇ ਵਿੱਚੋਂ ਹਿੱਸਾ ਨਹੀਂ ਲੈਣਾ ਚਾਹੀਦਾ। ਇਹਨਾਂ ਦੋਹਾਂ ਦੇ ਵਿੱਚ ਟਕਰਾਅ ਪੈਦਾ ਹੋ ਰਿਹਾ ਹੈ। ਔਰਤਾਂ ਨੂੰ ਕਾਨੂੰਨ ਆਗਿਆ ਦਿੰਦਾ ਹੈ ਕਿ ਉਹ ਆਪਣੀ ਇੱਛਾ ਅਨੁਸਾਰ, ਸਵੈ ਇੱਛਾ ਅਨੁਸਾਰ ਆਪਣਾ ਜੀਵਨ ਸਾਥੀ ਚੁਣ ਸਕਦੀਆਂ ਹਨ, ਪਰੰਤੂ ਇਸ ਦਾ ਨਤੀਜਾ ਕਈ ਵਾਰੀ ਅਣਖਲੀ ਕਤਲ ਜਾਂ ਆਨਰ ਕਿਲਿੰਗਸ ਦੇ ਰੂਪ ਵਿੱਚ ਵੀ ਨਿਕਲਿਆ ਹੈ। ਅਤੇ ਜਿਹੜੀ ਔਰਤਾਂ ਨੂੰ ਸੁਤੰਤਰਤਾ ਦਿੱਤੀ ਹੈ ਕਾਨੂੰਨ ਨੇ, ਅਧਿਕਾਰ ਦਿੱਤਾ ਹੈ ਕਿ ਆਪਣੀ ਪਿਤਰੀ ਜਾਇਦਾਦ ਦੇ ਵਿੱਚੋਂ ਬਰਾਬਰ ਦਾ ਹੱਕ ਲੈ ਸਕਦੀਆਂ ਹਨ, ਉਸ ਦਾ ਨਤੀਜਾ ਕੁੜੀਆਂ ਨੂੰ ਮਾਰਨ ਜਾਂ ਭਰੂਣ ਹੱਤਿਆ, ਫੀਮੇਲ ਫੈਟੀਸਾਈਡ ਵਰਗੇ ਅਣਮਨੁੱਖੀ ਅਪਰਾਧ ਦੇ ਰੂਪ ਦੇ ਵਿੱਚ ਵੀ ਨਿਕਲਿਆ ਹੈ। ਇਸ ਤਰ੍ਹਾਂ ਜਿੱਥੇ ਕਾਨੂੰਨ ਸਮਾਨਤਾ ਦਿੰਦਾ ਹੈ, ਸਮਾਜ ਨੇ ਉਸ ਸਮਾਨਤਾ ਨੂੰ ਪੂਰੀ ਤਰ੍ਹਾਂ ਅਜੇ ਤੱਕ ਸਵੀਕਾਰ ਨਹੀਂ ਕੀਤਾ। ਕਾਨੂੰਨੀ ਸਮਾਨਤਾ ਅਤੇ ਸਮਾਜਿਕ ਅਸਮਾਨਤਾ ਦੇ ਵਿੱਚ ਟਕਰਾਅ ਪੈਦਾ ਹੁੰਦਾ ਅਕਸਰ ਸਾਨੂੰ ਵਿਖਾਈ ਦਿੰਦਾ ਹੈ। 8ਵਾਂ ਪ੍ਰਭਾਵ ਹੈ ਆਰਥਿਕ ਸਮਾਨਤਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਵਿੱਚ ਵੀ ਟਕਰਾਅ ਪੈਦਾ ਹੋ ਰਿਹਾ ਹੈ। ਔਰਤਾਂ ਦੇ ਕੰਟੈਕਸਟ ਵਿੱਚ ਦੇਖੀਏ ਤਾਂ ਇਸ ਨੂੰ ਵੀ ਅਸੀਂ ਇੱਕ ਨੈਗੇਟਿਵ ਪੱਖ ਗਿਣਾਂਗੇ। ਸਿੱਖਿਆ ਦੇ ਪਸਾਰ ਨਾਲ ਔਰਤਾਂ ਲਈ ਰੁਜ਼ਗਾਰ ਦੇ ਨਵੇਂ ਖੇਤਰ ਖੁੱਲ੍ਹੇ ਹਨ, ਘਰਾਂ ਤੋਂ ਬਾਹਰ ਜਾ ਕੇ ਕੰਮ ਕਰਨ ਲੱਗੀਆਂ ਹਨ ਔਰਤਾਂ। ਮੈਡੀਕਲ, ਬੈਂਕਿੰਗ, ਕਾਨੂੰਨ, ਸਿੱਖਿਆ, ਇਹ ਤਾਂ ਕੁਝ ਇਸ ਤਰ੍ਹਾਂ ਦੇ ਖੇਤਰ ਹਨ ਜਿੱਥੇ ਔਰਤਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਪਰੰਤੂ ਕਿਰਤ ਵੰਡ ਦੇ ਜਿਹੜੇ ਸਮਾਜਿਕ ਨਿਯਮ ਹੁੰਦੇ ਨੇ, ਡਿਵੀਜ਼ਨ ਆਫ ਲੇਬਰ ਦੇ ਜਿਹੜੇ ਸਮਾਜਿਕ ਨਿਯਮ ਹੁੰਦੇ ਨੇ, ਉਹਨਾਂ ਨੇ ਇਹਨਾਂ ਪੈਮਾਨਿਆਂ ਨੂੰ ਅਜੇ ਪੂਰੀ ਤਰ੍ਹਾਂ ਨਾਲ ਸਵੀਕਾਰ ਨਹੀਂ ਕੀਤਾ। ਇਸ ਲਈ ਇਸ ਦਾ ਰਿਜ਼ਲਟ ਕੀ ਹੈ ਕਿ ਔਰਤ ਵਰਗ ਲਈ ਜਿਹੜੇ ਡਿਵੀਜ਼ਨ ਆਫ ਲੇਬਰ ਦੇ ਰੂਲਸ ਨੇ ਉਹ ਖਤਰਨਾਕ ਸਿੱਧ ਹੋ ਰਹੇ ਨੇ। ਉਹਨਾਂ ਨੂੰ ਅਕਸਰ ਦੋਹਰੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ। ਉਹਨਾਂ ਨੂੰ ਘਰ ਪਰਿਵਾਰ ਨਾਲ ਜਿਹੜੀਆਂ ਜੁੜੀਆਂ ਹੋਈਆਂ ਜ਼ਿੰਮੇਵਾਰੀਆਂ ਨੇ ਉਹਨਾਂ ਤੋਂ ਅਜੇ ਪੂਰੀ ਤਰ੍ਹਾਂ ਉਹ ਫਾਰਗ ਨਹੀਂ ਹੋਈਆਂ ਔਰ ਪੁਰਸ਼ਾਂ ਨੇ ਉਸ ਦੇ ਵਿੱਚ ਹੱਥ ਵਟਾਉਣਾ ਸ਼ੁਰੂ ਨਹੀਂ ਕੀਤਾ,
ਪਰੰਤੂ ਬਾਹਰ ਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਉੱਤੇ ਪਾ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਉਹਨਾਂ ਦੀ ਜਿਹੜੀ ਭੂਮਿਕਾ ਹੈ ਉਹ ਉਹਨਾਂ ਨੂੰ ਮਲਟੀ ਰੋਲ ਅਦਾ ਕਰਨੇ ਪੈਂਦੇ ਹਨ, ਕਈ ਭੂਮਿਕਾਵਾਂ ਨਿਭਾਉਣੀਆਂ ਪੈਂਦੀਆਂ ਹਨ ਅਤੇ ਉਹ ਵੀ ਪੁਰਸ਼ਾਂ ਦੇ ਸਮਰਥਨ ਤੋਂ ਬਿਨਾਂ। ਇਸ ਤਰ੍ਹਾਂ ਆਰਥਿਕ ਸਮਾਨਤਾ ਬੇਸ਼ੱਕ ਉਹਨਾਂ ਨੂੰ ਪ੍ਰਾਪਤ ਹੋਈ ਹੈ ਸਿੱਖਿਆ ਪ੍ਰਾਪਤੀ ਤੋਂ ਬਾਅਦ, ਪਰੰਤੂ ਸਮਾਜਿਕ ਜ਼ਿੰਮੇਵਾਰੀਆਂ ਉਹਨਾਂ ਦੀ ਆਰਥਿਕ ਸਮਾਨਤਾ ਦੇ ਰਸਤੇ ਦੇ ਵਿੱਚ ਰੋੜਾ ਅਜੇ ਵੀ ਅਟਕਾ ਰਹੀਆਂ ਹਨ। ਅਖੀਰ 'ਤੇ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਔਰਤਾਂ ਦੀ ਸਮਾਜਿਕ, ਆਰਥਿਕ, ਰਾਜਨੀਤਿਕ ਹਾਲਤ ਦੇ ਵਿੱਚ ਕਾਫੀ ਸੁਧਾਰ ਆਇਆ ਹੈ, ਪਰੰਤੂ ਭਾਰਤ ਦੀ ਔਰਤ ਅਜੇ ਵੀ ਸਮਾਜ ਅਤੇ ਆਰਥਿਕਤਾ ਵਿੱਚ ਉਹ ਸਥਾਨ ਪ੍ਰਾਪਤ ਨਹੀਂ ਕਰ ਸਕੀ ਜਿਹੜਾ ਵਿਕਸਿਤ ਰਾਜਾਂ ਦੇ ਵਿੱਚ ਔਰਤਾਂ ਨੂੰ ਪ੍ਰਾਪਤ ਹੈ। ਔਰਤਾਂ ਦੇ ਸਰਬਪੱਖੀ ਵਿਕਾਸ ਦੀ ਰਫ਼ਤਾਰ ਭਾਰਤ ਦੇ ਵਿੱਚ ਬਹੁਤ ਧੀਮੀ ਗਤੀ ਨਾਲ ਚੱਲ ਰਹੀ ਹੈ, ਕਿਉਂਕਿ ਸਾਡੀਆਂ ਜਿਹੜੀਆਂ ਸੋਸ਼ਲ ਵੈਲਿਊਜ਼ ਨੇ ਉਹ ਕਾਨੂੰਨੀ ਵਿਵਸਥਾਵਾਂ ਦੇ ਰਸਤੇ ਵਿੱਚ ਵੀ ਰੁਕਾਵਟ ਅੜਾ ਰਹੀਆਂ ਹਨ ਔਰਤਾਂ ਨੂੰ ਬਰਾਬਰ ਲਿਆਉਣ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।